नमस्कार, वेलकम टू माइंडफुल मंडे दिल ਦੀਆਂ ਗੱਲਾਂ। ਅਗਲੇ ਐਪੀਸੋਡ में फिर आपके साथ ਅਸੀਂ ਅੱਜ ਗੱਲ ਕਰਾਂਗੇ ਰਮਨ ਜੀ ਦੇ ਨਾਲ ਇੱਕ ਬਹੁਤ ਇੰਪੋਰਟੈਂਟ ਟੌਪਿਕ, ਇਮੋਸ਼ਨਲ ਟੌਪਿਕ, ਇਮੋਸ਼ਨਲ ਸਫਰਿੰਗ। ਰਮਨ ਜੀ ਮਾਰਾ ਚਾਨਣ ਪਾਓ, ਇਮੋਸ਼ਨਲ ਸਫਰਿੰਗ ਕੀ ਹੁੰਦੀ ਹੈ? ਬੇਸਿਕਲੀ ਉਹ ਚੀਜ਼ ਇਹ ਹੈਗੀ ਆ ਕਿ ਜਿਹੜੇ ਸਾਡੇ ਜਜ਼ਬਾਤ ਆ ਵੀ ਆਰ ਇਮੋਸ਼ਨਲੀ ਸਟਰਗਲਿੰਗ, ਹੈ ਨਾ। ਅੰਦਰੋਂ ਕੋਈ ਸਟਰਗਲ ਆ ਰਹੀ ਆ ਤਾਂ ਉਹ ਆ ਸਕਦੀ ਆ ਇੱਕ ਸੋਚ ਤੋਂ, ਇੱਕ ਮੈਮਰੀ ਤੋਂ, ਔਰ ਰਿਲੇਸ਼ਨਸ਼ਿਪ ਕੌਨਫਲਿਕਟ ਤੋਂ। ਕਈ ਚੀਜ਼ਾਂ ਦੇ ਵਿੱਚੋਂ ਫਾਈਨੈਂਸ਼ੀਅਲ ਕੌਨਫਲਿਕਟ ਤੋਂ, ਐਕਸਟਰਨਲ ਕੌਨਫਲਿਕਟ ਜਾਂ ਅੰਦਰਲਾ। ਸੋ ਇਨਸਾਈਡ ਸਾਡੀ ਸੋਚ ਤੋਂ ਵੀ ਆ ਸਕਦੀ, ਮੈਮਰੀ ਤੋਂ ਵੀ ਆ ਸਕਦੀ ਹੈ। ਇਟਸ ਅ ਰਿਸਪੌਂਸ। ਸੋ ਜਿਹੜੀ ਉਹ ਇਮੋਸ਼ਨਲ ਸਫਰਿੰਗ ਹੈਗੀ, ਅੰਦਰੋਂ ਰਿਐਕਸ਼ਨ ਆ ਰਿਹਾ, ਇੱਕ ਰਿਸਪੌਂਸ ਆ ਰਿਹਾ to any of those things, memory, a thought, or an external experience. Okay, ਤਾਂ ਮੈਂ ਅਗਰ ਸਮਝਣਾ ਚਾਹੂੰਗਾ ਇਮੋਸ਼ਨਲ ਸਫਰਿੰਗ, ਹਾਂਜੀ, ਯਾਨੀ ਕਿ ਸਾਡੇ ਇਮੋਸ਼ਨਲ ਇੰਪੈਕਟ ਹੋ ਰਹੇ ਹੈ, ਸਾਡੇ ਇਮੋਸ਼ਨਸ ਹੈਗੇ ਹੈ। ਤੇ ਇਮੋਸ਼ਨਸ ਆਪਣੇ ਕਿਸੇ ਨਾਲ ਵੀ ਹੋ ਸਕਦੇ ਹੈ, ਜੋਬ ਨਾਲ ਵੀ ਹੋ ਸਕਦੇ ਹੈ, ਫੈਮਿਲੀ ਫਰੈਂਡਸ ਨਾਲ ਵੀ ਹੋ ਸਕਦੇ ਹੈ, ਕਿਸੇ ਮਟੀਰੀਅਲਿਸਟਿਕ ਚੀਜ਼ਾਂ ਨਾਲ ਵੀ ਹੋ ਸਕਦੇ ਹੈ। ਕਿ ਇਹ ਸਾਰੀ ਚੀਜ਼ਾਂ ਆਪਾਂ ਨੂੰ ਸਫਰਿੰਗ ਕਰ ਸਕਦੀ ਹੈ? ਹੁਣ ਅਸੀਂ ਪਿਛਲੇ ਹਫਤੇ ਗੱਲ ਕੀਤੀ ਸੀ PTSD ਬਾਰੇ, ਹੈ ਨਾ। ਤਾਂ PTSD ਆਪਾਂ ਕਹਿ ਰਹੇ ਸੀਗੇ ਕਿ ਇਟਸ ਨਾਟ ਜਸਟ ਦੀ ਅਕਰੈਂਸ, ਇਟਸ ਦੀ ਇੰਪੈਕਟ ਆਫ ਦੀ ਅਕਰੈਂਸ, ਹੈ ਨਾ। ਠੀਕ ਹੈ। ਸੋ ਹੁਣ ਇਹ ਕੌਣ ਕਹਿ ਸਕਦਾ ਕਿ ਇਸ ਚੀਜ਼ ਕਰਕੇ ਇਸ ਬੰਦੇ ਨੂੰ ਸਿਰਫ ਸਫਰਿੰਗ ਹੋ ਸਕਦੀ ਹੈ, ਇਸ ਚੀਜ਼ ਕਰਕੇ ਤਾਂ ਹੋ ਹੀ ਨਹੀਂ ਸਕਦੀ। ਸਭ ਇਨਸਾਨ ਅਲੱਗ ਆ ਇਨ ਦਾ ਸੈਂਸ ਕਿ ਉਹਨਾਂ ਤੇ ਇੰਪੈਕਟ ਕੀ ਹੋਣਾ, ਐਂਡ ਸਾਰਿਆਂ ਦੀ ਸਟੋਰੀ ਵੀ ਅਲੱਗ ਆ। ਐਂਡ ਆਲਸੋ ਫਿਜ਼ੀਓਲੋਜਿਕਲੀ ਵੀਆਰ ਡਿਫਰੈਂਟ। ਕਈ ਫਿਜ਼ੀਓਲੋਜਿਕਲੀ ਬੋਰਨ ਹੁੰਦੇ ਤੇ ਮੋਰ ਸੈਂਸਿਟਿਵ, ਕਈਆਂ ਦੇ ਲਾਈਫ ਦੇ ਕਰਕੇ। ਹੁਣ ਜਜ਼ਬਾਤ ਤਾਂ ਸਾਰਿਆਂ ਦੇ ਇਮੋਸ਼ਨਸ ਐਜ਼ ਅ ਹਿਊਮਨ 99.9% ਲੈ ਲਓ ਕਿ ਸਾਡੇ ਕੋਲ ਹੈਗੇ ਹੀ ਆ। ਸਮ ਪੀਪਲ ਆਰ ਬੋਰਨ ਵੇਅਰ ਦੇ ਆਰ ਨਾਟ ਕਨੈਕਟਡ ਟੂ ਦੇਅਰ ਇਮੋਸ਼ਨਸ, ਇਹ ਹੈਗਾ। ਪਰ ਲੈਟਸ ਸੇ ਆਮ ਦੁਨੀਆ ਲਈ ਐਜ਼ ਇਨਸਾਨਾਂ 'ਚ ਜਜ਼ਬਾਤ ਇਮੋਸ਼ਨ ਹੈਗੇ ਆ, ਪਰ ਕਈਆਂ ਦੇ ਵਿੱਚ ਉਹ ਜਜ਼ਬਾਤਾਂ ਦੇ ਨਾਲ ਕਨੈਕਟਡ ਨਹੀਂ ਹੈਗੇ। ਉਹ ਵੀ ਹੋ ਸਕਦਾ ਕਿ ਕੋਈ ਸਦਮੇ ਕਰਕੇ ਆ ਜਾਂ ਕੋਈ ਲਾਈਫ ਕਰਕੇ ਆ, ਤਾਂ ਉਹ ਡਿਸਕਨੈਕਟ ਅੰਦਰੋਂ ਹੋ ਗਿਆ। ਉਸ ਬੰਦੇ ਦੇ ਵਿੱਚ ਇਮੋਸ਼ਨਲ ਸਫਰਿੰਗ ਜਿਹੜੀ ਆ, ਉਹ ਜਿਹੜੀ ਮਹਿਸੂਸ ਹੋਣੀ ਆ, ਉਹ ਘੱਟ ਹੋਣੀ ਆ, but they might have more mental strain. ਸੋ ਫਰਕ ਤਾਂ ਹੈ। ਜਿਨ੍ਹਾਂ ਦੇ ਵਿੱਚ ਉਹ ਇਮੋਸ਼ਨਲ ਕਨੈਕਸ਼ਨ ਹੈਗਾ, they feel their emotions, and ਜਿਨ੍ਹਾਂ ਦੇ ਵਿੱਚ ਕੁਛ ਹੋਇਆ ਹੋਗਾ either inside or outside, they will be dealing with emotional suffering. It's normal. तो अगर क्या मैं इसको ऐसे कह सकता हूँ, मान लो मेरे किसी दोस्त से बहुत अच्छे रिलेशन है, वो मेरा बहुत अच्छा दोस्त है, किसी बात पे हमारा झगड़ा हो गया, लेट्स से कोई फाइनेंशियल, हमने कोई प्रोजेक्ट पे काम किया, वी लॉस्ट सम मनी, नाउ वी आर नॉट टॉकिंग टू ईच अदर, ही इज टॉकिंग बैड अबाउट मी, उसने मेरे पैसे का नुकसान करवा दिया। जबकि मेरी इंटेंशन तो थी भी मिलकर काम करते हैं, शायद वी मेक सम मनी, बट अनफॉर्चुनेटली प्रोजेक्ट डिड नॉट वर्क वेल एंड वी लॉस्ट सम मनी। उसने भी कुछ लूज किया, मैंने भी लूज किया। अब नाउ ही इज प्लेइंग अ ब्लेम गेम। Now मुझे दुख हो रहा है that he is ruining up my good relation with him, he is ruining up my professional image. So if I am suffering, can we label that as emotional suffering? Yes, emotional suffering ਬਹੁਤ ਵੱਡਾ term ਹੈ। Okay. ਇਹਦੇ ਥੱਲੇ anxiety ਵੀ ਆਉਂਦੀ ਹੈ, ਇਹਦੇ ਥੱਲੇ depression ਵੀ ਆਉਂਦੀ ਹੈ। It's basically suffering from an emotional space. So as a mental, ਜਦੋਂ ਹੁਣ ਇਹ progress ਹੁੰਦਾ, we've talked about this a lot, ਹੈ ਨਾ। ਥੋੜੇ ਸਮੇਂ ਲਈ ਇਮੋਸ਼ਨਲ ਸਫਰਿੰਗ ਹੋ ਰਹੀ ਆ, ਇਟਸ ਵੈਰੀ ਨੋਰਮਲ। ਸਮਥਿੰਗ ਹੈਪਨਸ ਇਨ ਲਾਈਫ, ਸਮਬਡੀ ਕੋਈ ਮਰ ਜਾਂਦਾ ਆ, ਉਹ ਜਿਹੜੀ ਗਰੀਫ ਹੈ, ਦੈਟਸ ਇਮੋਸ਼ਨਲ ਸਫਰਿੰਗ। ਸੋ ਗਰੀਫ, ਐਂਜ਼ਾਈਟੀ, ਡਿਪਰੈਸ਼ਨ, ਸਾਰੀਆਂ ਚੀਜ਼ਾਂ, all of those are emotional suffering. It's an umbrella term. Okay. Basically saying कि our response inside to something that has occurred, ਜਾਂ ਕੁਛ ਜੋ ਸਾਡੇ ਅੰਦਰ ਹੋ ਰਿਹਾ, ਉਸ ਚੀਜ਼ ਕਰਕੇ, ਉਸ ਰਿਸਪੌਂਸ ਕਰਕੇ ਅਸੀਂ ਅੰਦਰੋਂ ਇਮੋਸ਼ਨਲੀ ਸਫਰ ਕਰ ਰਹੇ ਹਾਂ। ਐਂਡ ਦੈਟ ਕੈਨ ਲੁੱਕ ਡਿਫਰੈਂਟ ਫॉर ਐਵਰੀਬਡੀ। ਹੁਣ ਜਿਹੜਾ ਬੰਦਾ ਸਫਰ ਕਰ ਰਿਹਾ ਹੈ, ਹਾਂਜੀ, ਮੈਂ ਤੁਹਾਡੀ ਜੋ ਸਮਝ ਰਿਹਾ ਵੀ ਇਹ ਸਾਰੀ ਗੱਲਾਂ ਦੇ ਵਿੱਚ ਬਾਲ ਬਰਾਬਰ ਹੀ ਡਿਫਰੈਂਸ ਹੈਗਾ। ਡਿਪਰੈਸ਼ਨ, ਐਂਜ਼ਾਈਟੀ, ਟਰੋਮਾ, ਸਫਰਿੰਗ, ਇਮੋਸ਼ਨਲ, ਵੀ ਇਹ ਸਾਰੀ ਚੀਜ਼ਾਂ ਮਿਲਦੇ ਜੁਲਦੀਆਂ ਹੈਗੀਆਂ। ਤਾਂ ਸਾਡੇ ਸੁਣਨ ਵਾਲਿਆਂ ਨੂੰ ਕਈ ਵਾਰੀ ਅਸੀਂ ਦੁਬਾਰਾ ਯਾਦ ਕਰਾਉਂਦੇ ਵੀ ਕੀ ਚੀਜ਼ ਡਿਪਰੈਸ਼ਨ ਹੋ ਸਕਦੀ ਹੈ, ਕੀ ਟਰੋਮਾਟਿਕ ਇਵੈਂਟ ਹੋ ਸਕਦਾ ਹੈ, ਤੇ ਕੀ ਇਮੋਸ਼ਨਲ ਸਫਰਿੰਗ ਹੋ ਸਕਦੀ ਹੈ। ਤੇ ਹੁਣ ਆਪਾਂ ਨੂੰ ਇਹ ਪਤਾ ਲੱਗਦਾ ਵੀ ਮੈਂ ਕਿਸੇ ਗੱਲ ਤੋਂ ਸਫਰ ਹੋ ਰਿਹਾ ਇੰਟਰਨਲੀ, ਹਾਂਜੀ, ਦੈਟ ਇਜ਼ ਵਨ ਵੇ। ਦੂਜਾ
ਅਗਰ ਮੈਂ ਆਦੇ ਆਪ ਨੂੰ ਅੰਦਰ ਦੁਖੀ ਕਰ ਰਿਹਾ ਕੋਈ ਪੁਰਾਣੀ ਮੈਮਰੀਜ਼ ਨੂੰ ਯਾਦ ਕਰਕੇ, ਉਹ ਵੀ ਮੇਰੀ ਸਫਰਿੰਗ ਹੈ। ਹਾਂਜੀ। ਆਈ ਐਮ ਸਫਰਿੰਗ ਬਿਕੋਜ਼ ਆਈ ਐਮ, ਉਹ ਕਹਿੰਦਾ ਨਾ, ਮੈਂ ਆਦੀ ਪੁਰਾਣੀ ਗੱਲਾਂ ਨੂੰ ਜਿਹੜੇ ਮੈਨੂੰ ਚੰਗੀਆਂ ਲੱਗਦੀਆਂ ਸੀਗੀਆਂ ਤੇ ਹੁਣ ਮੇਰੇ ਨਾਲ ਨਹੀਂ ਹੈਗੀਆਂ, ਉਹਨੂੰ ਮੈਂ ਯਾਦ ਕਰਕੇ ਦੁੱਖ ਮਨਾ ਰਿਹਾ। ਦੈਟ ਇਜ਼ ਆਲਸੋ ਸਫਰਿੰਗ। ਹਾਂਜੀ। ਅਗਰ ਇਹ ਮੈਂ ਸਫਰਿੰਗ ਬਹੁਤ ਜ਼ਿਆਦਾ ਕਰ ਰਿਹਾ, ਫੋਰ ਐਗਜ਼ਾਮਪਲ ਮੈਂ ਆਦੀ ਗੱਲ ਕਰਾਂ, ਕੈਨ ਇਟ ਲੀਡ ਟੂ ਸਮ ਮੈਂਟਲ ਹੈਲਥ ਇਸ਼ੂ? ਬਿਕੋਜ਼ ਮੈਨੂੰ ਕੁਝ ਦਿਨੋਂ ਟਿਕਟੋਕ ਦੇ ਰੀਸੈਂਟਲੀ ਮੈਸੇजेस ਆਏ हैं, ਪੀਪਲ ਆਰ ਆਸਕਿੰਗ ਮੀ ਦਿਸ ਕੁਐਸਚਨ ਵੀ ਸਾਹਮਣੇ ਮੈਮਰੀਜ਼ ਬਹੁਤ ਹੌਂਟ ਕਰਦੀ ਹੈ। ਮੈਂ ਉਹਨਾਂ ਨੂੰ ਆਦੇ ਤੱਕ ਦਾ ਜਵਾਬ ਦੇਤਾ, ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਹੁਣ ਉਹ ਜਿਹੜੇ ਲੋਕ ਹੈ, ਕੁਝ ਲੜਕੀਆਂ ਹੈ, ਕੁਝ ਲੜਕੇ ਹੈ, ਜਿਹੜੇ ਮੈਨੂੰ ਵੈਸੇ ਜੈਂਡਰ ਸਪੈਸਿਫਿਕ ਨਹੀਂ ਹੈ, ਇਟਸ न्यूट्रल, ਸੋ ਦੇ ਸੈਟ they move on, but still they get haunted by those memories on and off. Do you think it is normal? It is normal. It is normal. I mean, ਦੋ ਚੀਜ਼ਾਂ ਇੱਥੇ ਆ ਜਾਂਦੀਆਂ ਆ। Normally ਅਸੀਂ ਦੁਨੀਆ ਦੇ ਵਿੱਚ ਜਦੋਂ ਗੱਲ ਕਰ ਰਹੇ ਆ about suffering in general, we're talking about emotional suffering right now. Emotional, no ਅਸੀਂ ਅੱਜ physical emotional suffering suffering ਦੀ ਗੱਲ ਕਰ ਰਹੇ ਹਾਂ। ਹਾਂਜੀ। Emotional suffering ਸਰੀਰ ਦੇ ਵਿੱਚ ਆ, ਤੇ ਇਮੋਸ਼ਨਲ ਸਫਰਿੰਗ ਦੇ ਵਿੱਚੋਂ ਨਿਕਲਣਾ ਜਾਂ ਉਸ ਚੀਜ਼ ਤੋਂ ਰਿਕਵਰ ਹੋਣਾ ਜਾਂ ਉਸ ਚੀਜ਼ ਨੂੰ ਹੀਲ ਕਰਨਾ, ਉਹਨੂੰ ਹੀਲ ਕਰਨ ਲਈ ਸਾਨੂੰ ਆਪਣੇ ਸਰੀਰ ਦੇ ਨਾਲ ਬਹਿਣਾ ਸਿੱਖਣਾ ਪੈਂਦਾ। ਜਿਹੜੀ ਉਹ ਇਮੋਸ਼ਨਸ ਹੈਗੇ ਉਹਦੀ ਟੋਲਰੈਂਸ ਬਣਾਉਣੀ ਪੈਂਦੀ ਹੈ। ਜਿਹੜੀ ਸਫਰਿੰਗ ਅਸਲੀਅਤ ਦੇ ਵਿੱਚ ਇੱਕ ਤੋਂ ਅੰਦਰੋਂ ਸ਼ੁਰੂ ਹੁੰਦੀ ਆ ਐਂਡ ਗੋਜ਼ ਹੇਅਰ। ਓਕੇ। ਸੋ ਦੋ ਸਟੋਰੀਆਂ ਸਾਡੇ ਵਿੱਚ ਚੱਲਦੀਆਂ ਰਹਿੰਦੀਆਂ। ਇੱਕ ਤਾਂ ਹੈ ਸਾਡੀ ਜਿਹੜੀ ਨਰਵਸ ਸਿਸਟਮ ਆ ਉਹਦੀ ਸਟੋਰੀ, ਉਹਨੂੰ ਕਿਤੇ ਨਾ ਕਿਤੇ ਝੋਟ ਪਈ ਸੀ, ਇਟ ਗॉट ਹਰਟ, ਭਾਵੇਂ ਮੈਮਰੀ ਤੋਂ ਪਈ ਆ, ਭਾਵੇਂ ਕੋਈ ਇਵੈਂਟ ਤੋਂ ਪਈ ਆ, ਭਾਵੇਂ ਕੋਈ ਬੰਦੇ ਤੋਂ ਪਈ ਆ, ਕਿਤੇ ਨਾ ਕਿਤੇ ਦੇਅਰਸ ਅ ਇੱਕ ਜ਼ਖਮ ਜਿਹਾ ਲੱਗ ਗਿਆ ਇਨ ਦਾ ਨਰਵਸ ਸਿਸਟਮ। ਉਹ ਸਰੀਰ ਦੀ ਸਟੋਰੀ ਆ। ਦੈਟਸ ਇੱਥੋਂ ਇਮੋਸ਼ਨ ਸਾਰੇ ਆਉਣੇ ਆ। ਬਟ ਕੀ ਹੁੰਦਾ ਕਿ ਜਿਹੜੀ ਸਾਡੇ ਸਰੀਰ ਦੀ ਸਟੋਰੀ, ਜਿਹੜੀ ਇੱਥੇ ਸਾਡੇ ਜ਼ਖਮ ਪਿਆ ਆ, ਉਹਦੇ ਕਰਕੇ ਸਾਡਾ ਦਿਮਾਗ ਚੱਲਣ ਲੱਗ ਪੈਂਦਾ। ਦਿਮਾਗ ਨੇ ਬਾਰ-ਬਾਰ ਉਹ ਚੀਜ਼ਾਂ ਸੋਚੀ ਜਾਣੀਆਂ, ਉਹ ਜ਼ਖਮ ਭਰਦਾ ਨਹੀਂ, ਫਿਰ ਇਟ ਜਸਟ ਸਟੇਜ਼ ਓਪਨ। ਐਂਡ ਜਨਰਲੀ ਇਨ ਲਾਈਫ, ਹੁਣ ਤੁਸੀਂ ਆਪਣੇ ਵੱਲ ਵੀ ਲੈ ਲਓ, ਐਨੀ ਵਨ ਆਫ ਅਸ, ਸਾਡੀ ਜਿਹੜੀ ਕਪੈਸਿਟੀ ਆ ਦਰਦ ਦੇ ਨਾਲ ਬਹਿਣ ਲਈ ਬਹੁਤ ਘੱਟ ਆ। ਆਪਾਂ ਬਹਿ ਜਾਂਦੇ, ਪਸਾਲੀ ਵੱਧ ਬਹਿ ਸਕਦੇ ਆ, ਪਰ ਆਪਾਂ ਦਿਮਾਗ ਯੂਜ਼ ਕਰੀ ਜਾਂਦੇ, ਫਿਰ ਦਿਮਾਗ ਨੂੰ ਲੱਗਦਾ ਕਿ ਮੈਂ ਕੁਝ ਕਰ ਰਹੇ ਹਾਂ, ਤਾਂ ਇਹਨਾਂ ਅਸਲੀਅਤ ਵਿੱਚ ਅਸੀਂ ਸਰੀਰ ਨਾਲ ਨਹੀਂ ਬੈਠੇ ਹੈ, ਆਪਾਂ ਇਹਦੇ ਨਾਲ ਬੈਠੇ ਆ। ਇਫ that makes sense. ਸੋ ਇਮੋਸ਼ਨਲ ਸਫਰਿੰਗ ਜਨਰਲੀ, ਜੇ ਅਸੀਂ ਆਪਣੇ ਸਰੀਰ ਦੇ ਜੋ ਅੰਦਰ ਚੱਲ ਰਿਹਾ ਆ, ਭਾਵੇਂ ਕਰਕੇ ਇਮੋਸ਼ਨਲ ਸਫਰਿੰਗ ਇੱਦਾਂ ਥੋੜਾ ਸ਼ੁਰੂ ਹੁੰਦੀ ਕਿ ਇੱਕਦਮ ਹੀ ਬਸ ਇੱਥੇ ਹੀ ਰਹਿੰਦੀ ਆ। ਇਟ ਸਟਾਰਟਸ ਇਨ ਸਮ ਸੋਰਟ ਆਫ ਮੂਮੈਂਟ। ਮੋਸਟ ਪੀਪਲ ਦੇ ਕਈ ਹੈਗੇ ਆ that are born with a down sensation, they just feel down, ਹੈ ਨਾ, ਉਹ ਵੱਖਰੀ ਚੀਜ਼ ਹੈ। ਬਟ ਮੈਜੋਰਿਟੀ ਲਈ ਕਿਤੇ ਨਾ ਕਿਤੇ ਕੋਈ ਅਸਰ ਪਿਆ ਸੀ, ਉੱਥੋਂ ਸ਼ੁਰੂ ਹੋਇਆ। ਐਂਡ ਮੋਸਟਲੀ ਐਜ਼ ਇਨਸਾਨ, ਐਜ਼ ਹਿਊਮਨਸ, ਜਦੋਂ ਉਹ ਅਸਰ ਪਿਆ, ਸਾਡੇ ਕੋਲ ਉਸ ਚੀਜ਼ ਨਾਲ ਬਹਿ ਨਹੀਂ ਹੁੰਦਾ। ਦਿਮਾਗ ਤਾਂ ਉਦੋਂ ਹੀ ਚੱਲਣ ਲੱਗ ਪੈਂਦਾ। ਦਿਮਾਗ ਨੇ ਉਸ ਇਵੈਂਟ ਦੀ ਸਟੋਰੀਆਂ ਬਣਾਉਣ ਲੱਗ ਪੈਣੀਆਂ। ਜਦੋਂ ਉਹਨੇ ਸਟੋਰੀਆਂ ਬਣਾਉਣ ਲੱਗ ਪੈਣੀਆਂ, ਉਹ ਇਵੈਂਟ ਵੱਧਦਾ ਰਹਿੰਦਾ। ਪਰ ਉਹ ਜਿਹੜੀ ਦਿਮਾਗ ਦੀ ਸਟੋਰੀ ਤੇ ਸਰੀਰ ਦੀ ਸਟੋਰੀ ਇਨ ਐਕਚੁਅਲਿਟੀ, ਉਹ ਸਾਨੂੰ ਵੱਖ ਕਰਕੇ ਦੋਹਾਂ ਨੂੰ ਟਾਈਮ ਦੇਣਾ ਪੈਂਦਾ ਵੱਖਰਾ। ਤਾਂ ਜਦੋਂ ਸਰੀਰ ਨਾਲ ਬਹਿੰਦੇ ਤਾਂ ਇਹਨੇ ਬੋਲਣ ਲੱਗ ਪੈਣਾ, ਤਾਂ ਉਹ ਮੂਮੈਂਟ ਦੇ ਵਿੱਚ ਸਾਨੂੰ ਕਹਿਣਾ ਪੈਂਦਾ ਕਿ ਯਾਰ ਦਿਮਾਗ ਤੋਂ ਇੱਥੇ ਆ ਕੇ ਬਹਿ ਜਾ, ਮੈਨੂੰ ਇਹਦੇ ਨਾਲ ਬਹਿ ਲਾਂਦੇ, ਫਿਰ ਮੈਂ ਮੁੜ ਕੇ ਤੁਹਾਡੇ ਕੋਲ ਆਊਂਗਾ। ਦੈਟਸ ਦੀ ਓਨਲੀ ਵੇ ਕਿ ਅਸੀਂ ਜਿਹੜੀ ਇਮੋਸ਼ਨਲ ਸਫਰਿੰਗ ਹੈ ਉਹਨੂੰ ਅਨਟੀਜ਼ ਕਰ ਸਕਦੇ ਹਾਂ। ਸੋ ਜਿਹੜੇ ਤੁਹਾਡੇ ਵਿਊਅਰ ਦੇ ਕੁਐਸਚਨ, ਸਾਡੇ ਵਿਊਅਰ ਦੇ ਕੁਐਸਚਨ ਹੈਗੇ ਆ ਅਬਾਊਟ ਇਮੋਸ਼ਨਲ ਸਫਰਿੰਗ ਐਂਡ ਹੌਂਟਿੰਗ, ਫਿਰ ਹੌਂਟ ਦਾ ਹੋਣਾ ਕਰਕੇ ਜਿਹੜੀ ਸਰੀਰ ਦੀ ਸਟੋਰੀ ਸੀ, ਸਰੀਰ ਦਾ ਜ਼ਖਮ ਸੀ, ਉਹ ਕਦੀ ਭਰਿਆ ਨਹੀਂ। ਆਪਾਂ ਦਿਮਾਗ ਦੇ ਨਾਲ ਵੀ ਜਸਟ ਮੂਵਡ ਔਨ ਇਨ ਲਾਈਫ। ਇਹਦੇ ਨਾਲ ਬੈਠੋ, ਇਹਨੂੰ ਪੁੱਛੋ ਕਿ ਤੁਹਾਨੂੰ ਮੇਰੇ ਤੋਂ ਕੀ ਚਾਹੀਦਾ। ਮੇ ਬੀ ਇਹਨੂੰ ਚਾਹੀਦਾ ਕਿ ਮੇਰੇ ਨਾਲ ਕੋਈ ਬੈਠੇ, ਮੈਂ ਕਿਸੇ ਨਾਲ ਗੱਲ ਕਰਾਂ ਇਹਦੇ ਬਾਰੇ। ਮੇ ਬੀ ਇਹਨੂੰ ਚਾਹੀਦਾ ਕਿ ਕੋਈ ਪਾਣੀ ਦੇ ਜਾ ਕੇ ਮੈਂ ਜਾ ਕੇ ਚੁੱਪ ਹੋ ਕੇ ਬੈਠਾਂ। ਮੇ ਬੀ ਇਹਨੂੰ ਚਾਹੀਦਾ ਕਿ ਮੇਰੇ ਅੰਦਰੋਂ ਚੀਕ ਨਿਕਲੇ। ਪਰ ਸਰੀਰ ਨੂੰ ਪੁੱਛੋ, ਦਿਮਾਗ ਨੂੰ ਨਾ ਪੁੱਛੋ। ਇਹਨੂੰ ਹੀਲਿੰਗ ਮਿਲੂਗੀ, ਮੈਮਰੀ ਮੁੜ ਕੇ ਆਊਗੀ ਤੁਹਾਡੇ। ਦੈਟਸ ਨੈਚੁਰਲ, ਸਾਡੇ ਦਿਮਾਗ ਦੇ ਵਿੱਚ ਤਾਂ ਆਉਣੀ ਆ। ਪਰ ਜਿਹੜੀ ਉਹ ਹੌਂਟ ਦੀ ਗੱਲ ਹੈ, या द वर्ड यूज किया गया था हॉन्ट, मुझे वो पुरानी बातें हॉन्ट करती हैं। मैं वो ढूंढ रहा हूँ व्हाट एग्जैक्टली हैपेंड। ਓਕੇ, ਸੋ ਇਹ ਵੀ ਵੱਖਰੀ ਗੱਲ ਹੈ। ਪਰ ਜਿਹੜੀ ਹੌਂਟ ਜੇ ਸਰੀਰ ਦੇ ਵਿੱਚ ਤੁਹਾਨੂੰ ਮਹਿਸੂਸ ਹੋ ਰਿਹਾ, ਯੂ ਕੈਨ ਹੀਲ ਦ ਬੋਡੀ। ਦੋ ਵੱਖਰੀਆਂ ਸਟੋਰੀਆਂ ਆ। ਆਪਾਂ ਕਾਉਂਸਲਿੰਗ ਦੀ ਗੱਲ ਕਰਦੇ ਹਾਂ ਆਮ ਤੌਰ ਤੇ। ਕਾਉਂਸਲਿੰਗ ਦੋ ਤਰੀਕਿਆਂ ਦੇ ਹੁੰਦੇ ਆ, ਇੱਕ ਦਿਮਾਗ ਦੇ ਨਾਲ ਕੋਈ ਕੰਮ ਕਰਦਾ, ਇੱਕ ਸਰੀਰ ਦੇ ਨਾਲ, ਇੱਕ ਦੋਹਾਂ ਨਾਲ। ਸੋ ਦੈਟਸ ਇੰਪੋਰਟੈਂਟ ਐਸ ਵੈਲ।
ਪਰ ਜਿਹੜੀ ਤੁਸੀਂ ਹੁਣ ਆਹ ਗੱਲ ਕੀਤੀ, I think couple of weeks ago we talked about it, ਕਿਉਂ ਦਾ question. Yeah, the prefrontal cortex opens up. So मेरे को सिर्फ ये व्यूअर को समझाना है, इमोशनल सफरिंग हो रही है Yes. एंड ये लीड कर सकती है आपको मेंटल हेल्थ इशू में, ये भी हमें Absolutely. समझ में आ गया. तो कुछ फ्यू फिंगर टिप्स पे पहली 4 चीजें हम क्या बता सकते हैं. मान लो मुझे मालूम चलता है कोई सफर कर रहा है, तो मैं कैसे हेल्प कर सकता हूँ, और हमारे सुनने वाले किसी की कैसे हेल्प कर सकते हो, खुद की कैसे हेल्प कर ਖੁਦ सकते ਕੀ कैसे कर सकते. ਪਹਿਲਾਂ ਤਾਂ ਇਹ ਤੁਸੀਂ ਇਹ ਦੇਖੋ ਕਿ ਮੇਰੀ ਲਾਈਫ ਤੇ ਕੀ ਅਸਰ ਹੋ ਰਿਹਾ. ਇਮੋਸ਼ਨਲ ਸਫਰਿੰਗ ਇਜ਼ ਨਾਰਮਲ, ਪਰ ਜਦੋਂ ਲਾਈਫ ਤੇ ਇੰਪੈਕਟ ਪੈ ਰਿਹਾ, then that's definitely a time to get help or help yourself. हैं. ओके. ਹਨਾ, ਉਹ ਹੈਗਾ ਜੇ ਤੁਹਾਡੀ ਨੀਂਦ ਤੇ ਅਸਰ ਪੈ ਰਿਹਾ, ਖੁਰਾਕ ਤੇ ਅਸਰ ਪੈ ਰਿਹਾ, ਤੁਹਾਡੇ ਸੁਭਾਅ ਤੇ ਅਸਰ ਪੈ ਰਿਹਾ, you're changing somehow, ਜਾਂ ਤੁਹਾਡਾ ਸਮਾਂ ਤੁਸੀਂ ਦੇਖ ਰਹੇ ਆ ਕਿ ਮੈਂ ਕੰਮ ਆਹ ਕਰ ਰਿਹਾ ਪਰ ਮੇਰਾ ਦਿਮਾਗ ਇੱਥੇ ਆ. ਐਨੀਥਿੰਗ ਲਾਈਕ ਦੈਟ, ਜੇ ਤੁਸੀਂ ਇਹ ਚੀਜ਼ਾਂ ਦੇਖੋਗੇ you'll notice ਕਿ ਹਾਂ ਮੇਰੀ ਲਾਈਫ 'ਚ ਅਸਰ ਪੈ ਰਿਹਾ. ਪਹਿਲਾਂ ਉੱਥੋਂ ਸ਼ੁਰੂ ਕਰੋ. ਕੀ ਤੁਹਾਡਾ ਜੀ ਕਰਦਾ ਬਾਕੀ ਦੁਨੀਆ ਦੇ ਵਿੱਚ ਬਹਿਣਾ ਆਪਣੇ ਫਰੈਂਡਾਂ ਨਾਲ? ਜੇ ਨਹੀਂ, if you're isolating again, ਉਹ ਨੈਗੇਟਿਵ ਅਸਰ ਪੈ ਰਿਹਾ and that's going towards depression or anxiety. How can you help yourself? ਪਹਿਲਾਂ ਤੁਸੀਂ ਇਹ ਦੇਖੋ ਕਿ ਆਪਣੇ ਆਪ ਨੂੰ ਇੱਕ ਕੁਐਸਚਨ ਪੁੱਛੋ. ਭਾਵੇਂ ਤੁਸੀਂ ਹੈਲਪ ਕਰਨ ਵਾਲੇ ਆ, ਭਾਵੇਂ ਤੁਸੀਂ ਆਪਣੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ. ਕੀ ਮੈਂ ਜਿਹੜਾ ਵੀ ਜਜ਼ਬਾਤ ਮੇਰੇ ਅੰਦਰ, ਜਿਹੜਾ ਵੀ ਇਮੋਸ਼ਨ ਚੱਲ ਰਿਹਾ, ਜਿਹੜਾ ਦੁੱਖ ਚੱਲ ਰਿਹਾ, ਕੀ ਮੈਂ ਉਹਦੇ ਨਾਲ ਬੈਠ ਸਕਦਾ ਜਾਂ ਬੈਠ ਸਕਦੀ ਹਾਂ? ਬੋਥ ਪੀਪਲ, ਹੈਲਪਰ ਨੂੰ ਵੀ ਪੁੱਛਣਾ ਚਾਹੀਦਾ, ਹੈਲਪੀ ਨੂੰ ਵੀ ਪੁੱਛਣਾ ਚਾਹੀਦਾ. ਉੱਥੇ ਸ਼ੁਰੂ ਕਰੋ. ਤਾਂ ਜੇ ਜਵਾਬ ਹੈਗਾ ਕਿ ਨਹੀਂ ਬੈਠ ਸਕਦਾ ਜਾਂ ਨਹੀਂ ਬੈਠ ਸਕਦੀ, a lot of times ਸਾਡੇ ਅੰਦਰ ਚੱਲ ਰਿਹਾ, ਆਪਾਂ ਫੋਨ ਫੜ ਲਈਦਾ, ਫੋਨ ਘੁਮਾਉਣ ਲੱਗ ਪੈਂਦੇ ਆ. That's a very good way to stay away from the feeling. Okay. ਫੀਲਿੰਗ ਤਾਂ ਹੈ, ਪਰ ਆਪਾਂ ਉਸ ਤੋਂ ਮਾੜਾ ਜਿਹਾ ਡਿਸਕਨੈਕਟ ਹੋ ਗਏ. ਤਾਂ ਜੇ ਅਸੀਂ ਆਪਣੇ ਆਪ ਨੂੰ ਪੁੱਛੇ, can I be present? Can I be present with what I'm feeling? The answer is no, that's okay. ਪਰ ਫਰਜ਼ ਕਰੋ ਕਿ ਤੁਹਾਡੀ ਆਦਤ ਹੈ ਕਿ ਮੈਂ ਫੋਨ ਚੁੱਕ ਲੈਣਾ when I feel like this, ਜਾਂ ਮੈਂ ਸ਼ਰਾਬ ਪੀ ਲੈਣੀ when I feel like this, or smoke ਕਰ ਲੈਣਾ, ਸੌਂ ਜਾਣਾ, anything. First what you can do is ਆਪਣੇ ਆਪ ਨੂੰ 5 ਸੈਕਿੰਡ ਦਿਓ. ਹਾਂ ਮੇਰੇ ਅੰਦਰ ਆ ਫੀਲਿੰਗ ਚੱਲ ਰਹੀ ਹੈ, ਮੈਂ 5 ਸੈਕਿੰਡ ਲਈ ਇਹਨੂੰ ਮਹਿਸੂਸ ਕਰਨਾ, ਫਿਰ ਮੈਂ ਆਪਣਾ ਫੋਨ ਚੁੱਕ ਲੈਣਾ ਜਾ ਕੇ. Start with 5 seconds and eventually 5 ਤੋਂ 10 ਲੈ ਜਾਓ, 5 ਤੋਂ 30 ਲੈ ਜਾਓ, ਜਿੰਨਾ ਤੁਸੀਂ ਉਹ ਟੋਲਰੈਂਸ, ਆਪਣੀ ਕਪੈਸਿਟੀ, ਆਪਣੇ ਸਰੀਰ ਦੇ ਨਾਲ ਜਜ਼ਬਾਤਾਂ ਨੇ ਬੈਠਣ ਲਈ ਕਰ ਸਕਦੇ ਬਣਾਓ. That's number 1 for any person. ਦੂਜੀ very important, ਨਾ ਆਪਣੇ ਆਪ ਨੂੰ ਜੱਜ ਕਰੋ, ਨਾ ਦੂਜੇ ਬੰਦੇ ਨੂੰ ਜੱਜ ਕਰੋ. ਸੋ ਜੇ ਤੁਸੀਂ ਕਿਸੇ ਦੀ ਹੈਲਪ ਵੀ ਕਰਨੀ ਜਾਂ ਆਪਣੀ ਵੀ ਹੈਲਪ ਕਰਨੀ ਆ, ਆਪਣੇ ਅੰਦਰ ਦੇਖੋ ਕਿ ਮੇਰੇ ਅੰਦਰ ਜੱਜਮੈਂਟ ਹੈ ਜਾਂ ਮੇਰੇ ਅੰਦਰ ਕੰਪੈਸ਼ਨ ਹੈ, ਐਮਪੈਥੀ ਹੈ. ਐਮਪੈਥੀ ਦਾ ਮਤਲਬ ਹੈ ਕਿ can I fully understand the other person's experience? Can I understand my own experience? ਤਾਂ ਜੇ ਕੋਈ ਤੁਹਾਡੇ ਦੂਜੇ ਬੰਦੇ ਨੇ ਤੁਹਾਨੂੰ ਹਰਟ ਕੀਤਾ, ਉਹਦੇ ਬਾਰੇ ਵਾਰ-ਵਾਰ ਸੋਚਣ ਦੇ ਇਲਾਵਾ ਕਰਕੇ ਉੱਥੋਂ ਤੁਹਾਨੂੰ ਕੋਈ ਰਿਜ਼ਲਟ ਨਹੀਂ ਮਿਲਦਾ ਹੈ. ਆਪਣੇ ਦਿਮਾਗ ਨੂੰ ਵੀ ਦੇਖੋ ਕਿ ਮੇਰੇ ਦਿਮਾਗ ਦੀ ਸੋਚਾਂ ਕਿੱਥੇ ਬਹਿ ਰਹੀਆਂ. Bring them back. ਤੁਹਾਡਾ ਪਾਵਰ ਹੈ ਕਿ ਮੈਂ ਮੁੜ ਕੇ ਉਹ ਚੀਜ਼ਾਂ ਮੈਂ ਆਪਣੇ ਕੋਲ ਲਿਆਵਾਂ, ਨਾਟ ਕਿ ਮੈਂ ਬਾਕੀ ਸਭ ਨੂੰ ਵੰਡੀ ਜਾਵਾਂ. Does that make sense? So first and foremost, ask yourself, ਆਪਣੇ ਆਪ ਨੂੰ ਪੁੱਛੋ, can I sit with my experience? If the answer is no, ਉਹ tolerance ਤੁਸੀਂ ਹੌਲੀ-ਹੌਲੀ ਬਣਾਓ. Second is no judgment. ਨਾ ਆਪਣੇ ਆਪ ਨੂੰ ਜੱਜ ਕਰੋ, ਨਾ ਮੋਰਲੇ ਬੰਦੇ ਨੂੰ ਜੱਜ ਕਰੋ. ਠੀਕ ਹੈ. Third, fourth, fifth, ਭਾਵੇਂ ਤੁਹਾਡੀ ਆਪਣੀ ਇਮੋਸ਼ਨਲ ਹੈਲਥ, ਭਾਵੇਂ ਹੋਰ ਬੰਦੇ ਦੀ ਆ, 3 ਚੀਜ਼ਾਂ ਤਾਂ ਸਾਨੂੰ ਹਮੇਸ਼ਾ ਖਿਆਲ ਰੱਖਣਾ ਚਾਹੀਦਾ: ਨੀਂਦ, ਖੁਰਾਕ ਐਂਡ ਐਕਟੀਵਿਟੀ. ਇਹ ਤਿੰਨੇ ਚੀਜ਼ਾਂ ਹੈਗੀਆਂ ਫਿਜ਼ੀਓਲੋਜੀਕਲ, ਪਰ ਸਾਡੀ ਮੈਂਟਲ ਹੈਲਥ ਤੇ ਬਹੁਤ ਵੱਡਾ ਅਸਰ ਇਹਨਾਂ ਦਾ, ਚੰਗਾ ਵੀ ਤੇ ਮਾੜਾ ਵੀ. ਸੋ ਜੇ ਆਪਾਂ ਟਾਈਮ ਨਾਲ ਖਾ ਰਹੇ ਹਾਂ, we're keeping our blood sugar level fine, ਉਹਦੇ ਨਾਲ ਮੈਂਟਲ ਹੈਲਥ ਦੀ ਸਟੇਬਿਲਿਟੀ ਰਹਿੰਦੀ ਹੈ. ਜੇ ਅੰਦਰੋਂ ਉੱਤੇ ਥੱਲੇ ਜਾਂਦਾ ਆ, that can feed emotional suffering. Sleep, get plenty of sleep. ਜਿੰਨੇ ਤੁਹਾਨੂੰ ਪਤਾ ਕਿ ਮੇਰੇ ਸਰੀਰ ਨੂੰ ਚਾਹੀਦੀ ਹੈ, get that sleep. And activity, ਜਿਹੜੀ ਇਮੋਸ਼ਨਲ ਸਫਰਿੰਗ ਹੈ, ਉਹ ਇੱਕ ਕਿਸਮ ਦੀ ਸਟ੍ਰੈਸ ਹੈ ਸਰੀਰ ਤੇ. ਜਿਹੜੀ ਸਟ੍ਰੈਸ ਹੈ, ਉਹਦੀ ਜਿਹੜੀ ਹਾਰਮੋਨ ਹੈ, ਉਹ ਸਾਨੂੰ ਅੰਦਰੋਂ ਖਾਣ ਲੱਗ ਪੈਂਦੀ ਹੈ. ਜਦੋਂ ਆਪਾਂ ਮਾੜਾ ਮੋਟੇ ਵੀ ਐਕਸਰਸਾਈਜ਼ ਕਰਦੇ, ਭਾਵੇਂ 20 ਮਿੰਟ ਤੁਸੀਂ ਤੁਰਦੇ ਆ, ਪਰ ਜੇ ਉਹ 20 ਮਿੰਟ ਤੁਰਨੇ ਆ, ਟਰਾਈ ਕਰਿਓ ਕਿ ਮੇਰੇ ਕੰਨਾਂ 'ਚ ਕੁਛ ਹੈ ਨਹੀਂ, ਕਿ ਜਿਹੜੀ ਆਲੇ ਦੁਆਲੇ ਮੇਰੀ ਆਵਾਜ਼, ਉਸ ਚੀਜ਼ ਤੇ ਬਸ ਪ੍ਰੈਜ਼ੈਂਟ ਹੋਣਾ, whatever I'm doing. ਪਰ ਜੇ ਉਹ ਨਹੀਂ ਹੁੰਦਾ ਤਾਂ ਕੰਨਾਂ 'ਚ ਵੀ ਪਾ ਲਿਓ, that's okay, and get to the point where you can do it without it.
मुझे लग रहा था इमोशनल सफरिंग बड़ा इजी रहेगा, बट इट सीम्स लाइक ये बहुत डीप है, यस इमोशन से भरा हुआ है। सफरिंग फिजिकल तो हमें समझ में आती है, पैर टूटा है 1 हफ्ते में ठीक हो जाएगा, बट यदि किसी का दिल टूटा ना, जैसे हम दिल दहला में कहते हैं कभी किसी का दिल मत दुखाओ, तो ये सफरिंग वो वाली है। और ये एक चीज़ तो मुझे समझ में आ गई रमन जी की बात सुनकर, ये हर आदमी के लिए यूनिक है। जैसे इन्होंने वर्ड यूज किया ग्रीफ, ग्रीफ में कोई टाइमलाइन नहीं है भी आप 1 महीने में ठीक हो जाओगे। कुछ लोगों के लिए ग्रीफ सारी उम्र साथ चलता है, वो एक ग्लिटर की तरह है, एक चमकता रहता है आपके शरीर के ऊपर, कभी नहीं आप हटा पाते। तो मुझे लगता है सिमिलरली इमोशनल सफरिंग के लिए भी पीपल नीड टू बी वेरी हैवी रेजिलियंट, उनको रेजिलियंट होना पड़ेगा। सो मैं आप लोगों से एक ही निवेदन करूंगा, अगर आपको लगता है आपका भी कोई दिल दुखा है, आप अपने आप को हील करना चाहते हैं, और अगर लगता है रिसोर्सेज नहीं है, प्लीज टॉक टू योर डॉक्टर, टॉक टू योर काउंसलर, स्पीक विद समवन जिस पे आप यकीन करते हैं, भी आपको जज नहीं करेगा। पता नहीं क्यों रमन जी बार बार मुझे लगता है मेंटल हेल्थ में बातें मुझे बार बार दोहरानी पड़ रही हैं। इट्स लुक लाइक 5 बेसिक कॉन्सेप्ट ऑफ मेंटल हेल्थ। पहला, जिससे भी बात करें जज नहीं करें। हाँ जी। दूसरा, कभी किसी का दिल नहीं दुखाएं, बिना मांगे राय मत दें, हर चीज को हील करने के लिए सुपरमैन बनने की कोशिश नहीं करें। तीसरा, मेंटेन द कॉन्फिडेंशियलिटी, उनकी बात को सुन के अपने तक ही रखें, अगर आपने आगे कहीं कर दी तो आप उनके दुख में ऐड कर देंगे, दुख कम करने में हेल्प नहीं कर पाएंगे। और हर आदमी एक अपने ही तरीके से हर चीज को सोचता है। तो मेरा एक ही निवेदन है सभी सुनने वालों से, प्लीज आप खुद भी सफर नहीं करें अगर आप सफर हो रहे हैं तो। पर जैसे कि हमारे 3 मोटिव है दिल दिया गल्ला के। पहला, कभी किसी का दिल नहीं दुखाएं। दूसरा, कभी प्रिटेंड नहीं करें, नकली आभास नहीं दें किसी को। और तीसरा, एक मोरल ड्यूटी जो हमने शुरू की है, अगर आप किसी से दूर भी जा रहे हैं, गिव देम अ क्लोजर स्टेटमेंट। मैंने एक नई चीज सीखी है किसी से, जिसकी शादी होती है, साथ फेरे लेते हैं ना, उनकी भी जब डाइवोर्स होता है तो वो बोलते हैं जी मुझे डाइवोर्स चाहिए। जज बोलता है क्यों चाहिए, वो बोलता है ABC कारण है। तो दूसरी पार्टी, भले वो हस्बैंड और वाइफ है, वो अपनी जवाब बताते हैं, देन दे रीच टू कंक्लूजन कि हमें नहीं लगता हम साथ रह पाएंगे, एंड दे सेपरेट। कितना इजी सिस्टम है। अगर हम साथ नहीं रह पा रहे तो हमें हक है अलग रहने का। सिमिलरली, अगर आप किसी भी रिश्ते में जहां आपको दूर जाना पड़ रहा है, जस्ट गिव द अदर पर्सन अ क्लोजर स्टेटमेंट, बिकॉज मैंने देखा अराउंड 18% केसेस ऑफ डिप्रेशन कमिंग फॉर दिस वन वर्ड, दैट आई वांट टू नो व्हाई इट हैपेंड विद मी, दैट प्रीफ्रंटल कॉर्टेक्स किक्स इन। सो क्या हम 18% डिप्रेशन केसेस को कम करने में हेल्प कर सकते हैं बाय फॉलोइंग दिस। अगर दूर जाना है तो बता के जाना है, मुझे तेरे में क्या अच्छा नहीं लगा, एज सिंपल एज दैट। आई होप आप हमें सहयोग करेंगे। दिल दिया गल्ला मन में भरकर मत जिए, मन भरकर जिए। थैंक यू वेरी मच।